ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ। ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ। ਪਿਛਲੇ ਕਈ ਦਿਨਾਂ ਤੋਂ ਬੇਅਦਬੀ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਦਰਮਿਆਨ ਹੀ ਕਿਤੇ ਨਾ ਕਿਤੇ ਖਟਾਸ ਚੱਲ ਰਹੀ ਸੀ ਤੇ ਹੁਣ ਉਸ ਨੂੰ ਲੈ ਕੇ ਇੱਕ ਵੱਡੀ ਗੱਲ ਸਾਹਮਣੇ ਆਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਸਪੋਕਸਮੈਨ ਦੇ ਨਾਲ ਖਾਸ ਗੱਲਬਾਤ ਦੌਰਾਨ ਇਹ ਸਾਫ਼ ਤੌਰ ਤੇ ਗੱਲ ਮੰਨੀ ਹੈ ਕਿ ਕੁਝ ਵਿਧਾਇਕ ਜਿਹੜੇ ਨਾਰਾਜ਼ ਚੱਲ ਰਹੇ ਸੀ ਪਿਛਲੇ 4.5 ਸਾਲ 4.5 ਸਾਲ ਦੇ ਦਰਮਿਆਨ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਬੇਅਦਬੀ ਮਾਮਲਿਆਂ ਦੇ ਵਿੱਚ ਜਾਂ ਕੋਟਕਪੂਰਾ ਗੋਲੀकांड ਨੂੰ ਲੈ ਕੇ ਤਾਂ ਉਹ ਨਹੀਂ ਹੋਈ। ਇਸ ਕਰਕੇ ਕੁਝ ਆਗੂ ਆਪਸ ਦੇ ਵਿੱਚ ਲਗਾਤਾਰ ਮੁਲਾਕਾਤਾਂ ਕਰ ਰਹੇ ਨੇ ਤਾਂ ਉਹਨਾਂ ਮੁਲਾਕਾਤਾਂ ਦਾ ਸਿੱਟਾ ਇਸ ਵੇਲੇ ਇਹ ਨਿਕਲਿਆ ਕਿ ਕਾਂਗਰਸ ਦੇ ਆਪਣੇ ਹੀ ਆਗੂਆਂ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ 1 ਮਹੀਨੇ ਦਾ ਸਮਾਂ ਦੇ ਦਿੱਤਾ ਹੈ। ਸਿੱਧੇ ਤੌਰ ਤੇ ਕਿਹਾ ਕਿ 1 ਮਹੀਨੇ ਦੇ ਅੰਦਰ ਅੰਦਰ ਸਿੱਟ ਤੁਹਾਡੀ ਬਣਾਈ ਜਾਵੇ ਤੇ ਕੰਮ ਕਰੇ ਤੇ ਸਾਨੂੰ ਰਿਪੋਰਟ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਨਸ਼ਰ ਕੀਤੀ ਜਾਵੇ, ਜਾਣੀ ਕਿ 5 ਤੋਂ 7 ਦਿਨਾਂ ਦੇ ਅੰਦਰ ਅੰਦਰ ਸਿੱਟ ਬਣਾਈ ਜਾਵੇ। ਉਸ ਤੋਂ ਬਾਅਦ ਉਹ 1 ਮਹੀਨੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਨਸ਼ਰ ਕਰੇ। ਪਿਛਲੇ ਕਈ ਦਿਨਾਂ ਤੋਂ ਗੱਲਾਂ ਚੱਲ ਰਹੀਆਂ ਸੀ ਕਿ ਪੰਜਾਬ ਦੀ ਕਾਂਗਰਸ ਦੇ ਸਰਕਾਰ ਜਿਹੜੀ ਹੈ ਉਹਦੇ ਦਰਮਿਆਨ ਜਾਂ ਉਹਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਅਸੀਂ ਵੀ ਕੋਸ਼ਿਸ਼ ਕਰ ਰਹੇ ਸੀ तमाम ਆਗੂਆਂ ਦੇ ਨਾਲ ਗੱਲਬਾਤ ਕਰਨ ਦੀ, ਉਹਨਾਂ ਤੱਕ ਪਹੁੰਚ ਕਰਨ ਦੀ। ਤਾਂ ਇਸ ਵਕਤ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਸ਼ੰਕੇ ਦੂਰ ਕਰਦੇ ਹੋਏ ਸਿੱਧੇ ਤੌਰ ਤੇ ਗੱਲ ਆਖ ਦਿੱਤੀ ਹੈ ਕਿ ਕਿਤੇ ਨਾ ਕਿਤੇ ਸਰਕਾਰ ਉਸ ਤਰੀਕੇ ਨਾਲ ਕਾਰਵਾਈ ਨਹੀਂ ਕਰ ਸਕੀ ਕਿਉਂਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਜਵਾਬ ਦੇਣਾ ਲੰਮਾ ਸਮਾਂ ਬੀਤ ਚੁੱਕਾ। 2015 ਤੋਂ ਹੁਣ ਤੱਕ 2021 ਦੇ ਵਿੱਚ ਅੱਜ ਖੜੇ ਹਾਂ ਤਾਂ ਇੱਥੇ ਆਣ ਕੇ ਕਿਤੇ ਨਾ ਕਿਤੇ ਲੋਕਾਂ ਨੇ ਸਿੱਧੇ ਤੌਰ ਤੇ ਸਾਡੇ ਤੋਂ ਸਵਾਲ ਕਰ ਰਹੇ ਨੇ ਕਿ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ। ਤੇ ਪ੍ਰਤਾਪ ਸਿੰਘ ਬਾਜਵਾ ਨੇ ਖਾਸ ਗੱਲਬਾਤ ਜਿਹੜੀ ਕੀਤੀ ਹੈ ਤੁਹਾਨੂੰ ਸੁਣਾਉਂਦੇ ਹਾਂ। ਉਹਨਾਂ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਸ ਤਰੀਕੇ ਨਾਲ ਆਪਣੀ ਹੀ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ। ਕੀ ਕਹਿ ਰਹੇ ਨੇ ਪ੍ਰਤਾਪ ਸਿੰਘ ਬਾਜਵਾ, ਪਹਿਲਾਂ ਜ਼ਰੂਰ ਸੁਣ ਲਓ। ਕੁਝ ਸਾਥੀ ਤੇ ਹੁਣ ਬੋਲਣੇ ਸ਼ੁਰੂ ਹੋਏ ਨੇ। ਮੈਂ ਤੇ 1.5 ਸਾਲ ਪਹਿਲੇ ਤੋਂ ਹੀ ਇਹ ਗੱਲ ਕਹਿ ਰਿਹਾ ਸੀ ਕਿ ਇਹ ਸਾਡੀ ਆਸਥਾ ਦਾ, ਇਹ ਸਾਡੀ ਆਈਡੈਂਟੀਟੀ ਦੀ ਲੜਾਈ। ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਇੱਕ ਤੇ ਹੈ ਜਿਨ੍ਹਾਂ ਨੇ ਸਾਨੂੰ ਇਸ ਜੀਵਨ 'ਚ ਲਿਆਂਦਾ, ਇੱਕ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਸਾਰਾ ਕੁਝ ਮੰਨਦੇ ਹਾਂ। ਸਾਡੇ ਗੁਰੂ ਨੇ, ਸਾਡੀ ਸਪਿਰਿਚੁਅਲਿਟੀ ਸਮਝੋ, ਸਾਡੀ ਜਿਹੜੀ ਪਹਿਚਾਣ ਦੇਣ ਵਾਲੇ ਨੇ। ਜੇ ਅਸੀਂ ਉੱਥੇ ਇਸ ਸੂਬੇ ਦੇ ਵਿੱਚ ਇੱਕ ਸਿੱਖ ਮੈਜੋਰਿਟੀ ਸੂਬੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਮਝੋ ਸੇਫ ਨਹੀਂ ਕਰ ਸਕਦੇ, ਅਸੀਂ ਉਹਦਾ ਧਿਆਨ ਨਹੀਂ ਕਰ ਸਕਦੇ। ਜੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇੰਨਾ ਵੱਡਾ ਜ਼ੁਲਮ ਕੀਤਾ ਹੈ ਪੰਜਾਬ ਦੇ ਵਿੱਚ, ਜੇ ਉਹਨਾਂ ਪੈਨੀਟ੍ਰੇਟਰਸ ਨੂੰ ਅਸੀਂ ਕਚਹਿਰੀ ਤੱਕ ਨਹੀਂ ਪਹੁੰਚਾ ਸਕਦੇ, ਉਹਨਾਂ ਨੂੰ ਸਜ਼ਾਵਾਂ ਨਹੀਂ ਦਿਵਾ ਸਕਦੇ, ਫਿਰ ਅਸੀਂ ਰਾਜ ਕਰਨ ਦੇ ਕਾਬਲ ਹੈ। ਇਹ ਸਾਰੇ ਸਾਥੀਆਂ ਨੇ, ਸਮੁੱਚੇ ਪੰਜਾਬ ਨੇ ਫੈਸਲਾ ਕੀਤਾ ਹੈ 1 ਮਹੀਨੇ ਦਾ ਟਾਈਮ ਦੇਵਾਂਗੇ ਸਿੱਟ ਨੂੰ, 15 ਦਿਨ ਹੋਰ ਦੇਵਾਂਗੇ ਚਲਾਨ ਪੁੱਟਅਪ ਕਰਨ ਨੂੰ। ਫਿਰ ਗਵਰਨਮੈਂਟ ਡੇ ਟੂ ਡੇ ਹੀਅਰਿੰਗ ਵਾਸਤੇ ਪਾਏ ਤੇ ਅਸੀਂ ਚਾਹੁੰਦੇ ਹਾਂ ਕਿ ਐਤਕੀ ਹੀ ਐਸੇ ਸਾਲ ਦੇ ਵਿੱਚ ਹੀ ਉਹ ਲੋਕ ਜਿਨ੍ਹਾਂ ਨੇ ਫਾਇਰਿੰਗ ਕਰਵਾਈ ਹੈ, ਮੈਡਮ ਮੈਂ ਕੈਮਰੇ ਤੇ ਕਹਿ ਰਿਹਾ, ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹ ਨਹੀਂ, ਕੋਈ ਹਵਲਦਾਰ, ਕੋਈ ਸੂਬੇਦਾਰ ਨਹੀਂ, ਜਿਨ੍ਹਾਂ ਬੰਦਿਆਂ ਦੇ ਹੁਕਮ ਜਾਰੀ ਕੀਤੇ ਗਏ। ਚੀਫ ਮਿਨਿਸਟਰ ਉਦੋਂ ਦੇ ਸਾ ਪ੍ਰਕਾਸ਼ ਸਿੰਘ ਬਾਦਲ, ਹੋਮ ਮਿਨਿਸਟਰ ਉਦੋਂ ਦਾ ਸਾ ਸੁਖਬੀਰ ਸਿੰਘ ਬਾਦਲ, DGP ਉਦੋਂ ਦਾ ਸੁਮੇਧ ਸਿੰਘ ਸੈਣੀ, ਇਹਨਾਂ ਦੀ ਰਿਸਪੌਂਸਿਬਿਲਿਟੀ ਹੈ। ਅਸੀਂ ਇਹ ਪੰਜਾਬ ਦੇ ਲੋਕ ਵੀ ਇਹਨਾਂ ਨੂੰ ਗੁਨੇਗਾਰ ਮੰਨਦੇ ਨੇ, ਅਸੀਂ ਵੀ ਮੰਨਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਕਟਹਿਰਿਆਂ ਤੱਕ ਉੱਥੇ ਲੈ ਕੇ ਚਲਾਨ ਪੁੱਟਅਪ ਕੀਤੇ ਜਾਣ, ਇਹਨਾਂ ਨੂੰ ਬਕਾਇਦਾ ਤੌਰ ਡੇ ਟੂ ਡੇ ਹੀਅਰਿੰਗ ਕੀਤੀ ਤੇ ਅੱਗੇ ਫਿਰ ਕਚਹਿਰੀਆਂ ਦੇ ਹੱਥ 'ਚ ਕੀ ਉਹ ਫੈਸਲਾ ਸੁਣਾਉਂਦੇ ਨੇ। ਬਟ ਇਹਨਾਂ ਲੋਕਾਂ ਨੂੰ ਕਟਹਿਰੇ ਤੱਕ ਪਹੁੰਚਾਉਣਾ ਇਹ ਸਾਡੀ ਇੱਕ ਬੁਨਿਆਦੀ ਜਿਹੜੀ ਹੈ, ਬਿਕੋਜ਼ ਅਸੀਂ ਇਹ ਸੋਲਮ ਪ੍ਰੋਮਿਸ ਲੋਕਾਂ ਦੇ ਸਾਹਮਣੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਲਿਆ, ਇਹ ਸਾਨੂੰ ਪੁਗਾਉਣਾ ਹੀ ਪੈਣਾ। ਸਰ ਇੱਥੇ ਮੈਂ ਗੱਲ 1.5 ਮਹੀਨੇ ਤੋਂ ਬਾਅਦ ਜੇ ਨਾ ਇਹ ਕੰਮ ਹੋਏਗਾ ਉਸ ਤੋਂ ਬਾਅਦ ਤੁਹਾਨੂੰ ਅਗਲਾ ਕੰਮ ਦੱਸਾਂਗੇ ਕੀ ਕਰਨਾ ਜੀ। ਸੋ ਅਜੇ 15 ਦਿਨ ਤੁਸੀਂ ਹੋਰ ਨਹੀਂ, 1.5 ਮਹੀਨੇ ਦਾ ਮੈਂ ਗੱਲ ਕਰ ਰਿਹਾ ਕਿ ਅਜੇ ਤੇ ਸੈੱਟ ਹੀ ਨਹੀਂ ਬਣੀ। ਅਜੇ ਤੇ ਅਸੀਂ ਮੀਟਿੰਗ ਅੱਜ ਮੈਂ ਮੰਗ ਰਿਹਾ ਕਿ ਪਿਛਲੇ ਅਗਲੇ 5-4 ਦਿਨਾਂ ਵਿੱਚ ਇਮੀਡੀਏਟਲੀ ਮੀਟਿੰਗ। 1.5 ਮਹੀਨਾ ਹੋਰ ਤੁਸੀਂ ਦੇ ਰਹੇ ਹੋ ਸਰਕਾਰ ਨੂੰ? ਦੇਵਾਂਗੇ ਜੀ, 1 ਮਹੀਨਾ ਸੈੱਟ ਨੂੰ ਦੇਵਾਂਗੇ ਜੀ, 15 ਦਿਨ ਇਹਨਾਂ ਨੂੰ ਹੋਰ ਦੇਵਾਂਗੇ। ਸਿੱਟ ਬਣੇਗੀ ਜੇ ਸਿੱਟ ਬਣੀ ਨਹੀਂ ਸਿੱਟ ਬਣ ਚ 1 ਮਹੀਨਾ ਸੈੱਟ ਨੂੰ ਦੇ ਰਿਹਾ। ਸੈੱਟ ਕੋਲ ਤੇ ਆਲਰੇਡੀ ਪੁਰਾਣੀ ਸੈੱਟ ਤੇ ਤੁਸੀਂ ਕਿੰਨੀ ਦੇਰ ਇੰਤਜ਼ਾਰ ਕਰੋਗੇ ਕਿ ਉਹ ਸਿੱਟ ਬਣਾਈ ਜਾਵੇ? ਵੱਧ ਤੋਂ ਵੱਧ 5-7 ਦਿਨ, 5-7 ਦਿਨ ਤੋਂ ਵੱਧ ਨਹੀਂ। ਪਹਿਲੇ ਸਿੱਟ ਬਣੇ ਤੇ 1 ਮਹੀਨਾ ਸਿੱਟ ਨੂੰ ਟਾਈਮ, ਕੁਝ 6 ਮਹੀਨੇ ਸਿੱਟ ਨੂੰ ਟਾਈਮ। ਕੁਝ ਸਾਥੀ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਸਾਫ਼ ਤੌਰ ਤੇ ਜਿੱਥੇ ਤਤਕਾਲੀ ਸਰਕਾਰ ਤੇ ਸਵਾਲ ਚੱਕੇ, ਉੱਥੇ ਹੀ ਮੌਜੂਦਾ ਸਰਕਾਰ ਜਾਣੀ ਕਿ ਆਪਣੀ ਸਰਕਾਰ ਦੇ ਉੱਪਰ ਵੀ ਸਿੱਧੇ ਤੌਰ ਤੇ ਸਵਾਲ ਖੜੇ ਕੀਤੇ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਕਾਰਵਾਈ ਨਹੀਂ ਹੋਈ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਜਿਹੜੀ ਨਵੀਂ ਸਿੱਟ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਉਹਨੂੰ ਵੀ ਸਮਾਂਬੱਧ ਕਰ ਦੇਣਾ ਚਾਹੀਦਾ ਹੈ। 5 ਤੋਂ 7 ਦਿਨਾਂ ਦੇ ਵਿੱਚ ਉਹ ਸਿੱਟ ਬਣਾ ਦੇਣੀ ਚਾਹੀਦੀ ਹੈ। 1 ਮਹੀਨੇ ਦੇ ਅੰਦਰ ਅੰਦਰ ਉਸ ਦੀ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ ਤੇ ਅਗਲੇ 15 ਦਿਨਾਂ ਦੇ ਵਿੱਚ ਉਹਨਾਂ ਦਾ ਚਲਾਨ ਪੇਸ਼ ਹੋਣਾ ਚਾਹੀਦਾ ਹੈ, ਤਾਂ ਹੀ ਲੋਕਾਂ ਨੂੰ ਭਰੋਸਾ ਹੋਵੇਗਾ। ਕੈਪਟਨ ਸਰਕਾਰ ਜਾਣੀ ਕਿ ਆਪਣੀ ਹੀ ਸਰਕਾਰ ਤੇ ਪ੍ਰਤਾਪ ਸਿੰਘ ਬਾਜਵਾ ਨੇ
ਵੱਡੇ ਸਵਾਲ ਖੜੇ ਕੀਤੇ ਕਿ ਇਹਨੇ ਸਮੇਂ ਦੇ ਵਿੱਚ ਜੇ ਅਸੀਂ ਕਾਰਵਾਈ ਨਹੀਂ ਕਰ ਸਕੇ ਤਾਂ ਸਾਡੀ ਜਵਾਬਦੇਹੀ ਇੱਥੇ ਬਣਦੀ ਹੈ। ਸਾਫ਼ ਤੌਰ ਤੇ ਵੱਡੀ ਗੱਲ ਉਹਨਾਂ ਨੇ ਕਹੀ ਕਿ ਗੋਲੀ ਚਲਾਉਣ ਵਾਲਿਆਂ ਤੇ ਨਹੀਂ ਬਲਕਿ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਜਾਣੀ ਕਿ ਉਸ ਵੇਲੇ ਦੀ ਤਤਕਾਲੀ ਸਰਕਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਡੀਜੀਪੀ ਸੁਮੇਧ ਸੈਣੀ, ਤਾਂ ਇਦਾਂ ਦੇ ਨਾਮ ਵੀ ਉਹਨਾਂ ਨੇ ਇੱਕ ਵਾਰ ਦੁਬਾਰਾ ਦੁਹਰਾਏ ਨੇ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡੀ ਸਰਕਾਰ ਨੇ ਹੱਥ ਦੇ ਵਿੱਚ ਗੁਟਕਾ ਫੜ ਕੇ ਇਹ ਸਹੁੰ ਖਾਧੀ ਸੀ ਕਿ ਦੋਸ਼ੀਆਂ ਨੂੰ ਜਲਦ ਹੀ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇਗਾ। ਤਾਂ ਹੁਣ ਸਮਾਂ ਹੈ ਕਿ ਅਸੀਂ ਸਮਾਂ ਰਹਿੰਦੇ ਇਹ ਜਿਹੜੇ ਇਨਸਾਫ ਦੀ ਜਿਹੜੀ ਲਗਾਤਾਰ ਉਡੀਕ ਕੀਤੀ ਜਾ ਰਹੀ ਹੈ ਸਿੱਖ ਸੰਗਤ ਦੇ ਵੱਲੋਂ, ਤਾਂ ਉਸ ਦਾ ਇਨਸਾਫ ਜਿਹੜਾ ਕੀਤਾ ਜਾਵੇ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਵੀ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਤੱਕ ਖਬਰਾਂ ਨਸ਼ਰ ਕਰਨ ਦੀ ਕਿ ਕਿਸ ਤਰੀਕੇ ਦੇ ਨਾਲ ਇੱਕ ਧੜਾ ਜਿਹੜਾ ਇਸ ਵਕਤ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਕੁਸ਼ਲਦੀਪ ਸਿੰਘ ਢਿੱਲੋਂ, ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ, ਉਹ ਸਾਰੇ तमाम ਲੋਕ ਅਸੀਂ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਉਹ ਵੀ ਦਿਖਾ ਰਹੇ ਹਾਂ ਜਦੋਂ ਇੱਕ ਵਿਧਾਨ ਸਭਾ ਦੇ ਸੈਸ਼ਨ ਦੇ ਦਰਮਿਆਨ ਚੰਗੀ ਗਹਿਮਾ ਗਹਿਮੀ ਹੋਈ ਸੀ, ਇੱਕ ਦੂਜੇ ਨਾਲ ਵਿਚਾਰ ਤਕਰਾਰਾਂ ਹੋਈਆਂ ਸੀ, ਸਿੱਧੇ ਤੌਰ ਤੇ ਇਲਜ਼ਾਮ ਤਰਾਸ਼ੀਆਂ ਹੋਈਆਂ ਸੀ, ਤਾਂ ਝੋਲੀ ਅੱਡ ਕੇ ਵੀ ਇਹ ਕਿਹਾ ਗਿਆ ਸੀਗਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਤਾਂ ਬਹੁਤ ਸਾਰੀਆਂ ਚਰਚਾਵਾਂ ਉਸ ਵੇਲੇ ਵੀ ਚੱਲੀਆਂ ਸੀ। ਲੰਮਾ ਸਮਾਂ ਬੀਤ ਚੁੱਕਿਆ 2015 ਤੋਂ 2021 ਤੱਕ ਆਉਂਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਵੀ ਕਿਤੇ ਨਾ ਕਿਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਸੀਗਾ। ਇਸ ਕਰਕੇ ਲਗਾਤਾਰ ਇੱਕ ਧੜਾ ਜਿਹੜਾ ਕਾਂਗਰਸ ਦੇ ਅੰਦਰ ਉਹ ਕਿਤੇ ਨਾ ਕਿਤੇ ਬਾਗੀ ਸੁਰ ਅਖਤਿਆਰ ਕਰਦਾ ਹੋਇਆ ਨਜ਼ਰ ਆ ਰਿਹਾ ਸੀ, ਤਾਂ ਉਹ ਬਾਕੀ ਸੁਰ ਹੁਣ ਇਸ ਤਰੀਕੇ ਨਾਲ ਅੱਗੇ ਵਧਦੇ ਜਾ ਰਹੇ ਨੇ ਕਿ ਇੱਕ ਧੜਾ ਸਿੱਧੇ ਤੌਰ ਤੇ ਆਪਸ ਦੇ ਵਿੱਚ ਬੈਠਕਾਂ ਕਰ ਰਿਹਾ, ਮੁਲਾਕਾਤਾਂ ਕਰ ਰਿਹਾ ਕਿ ਆਪਣੀ ਹੀ ਸਰਕਾਰ ਤੇ ਕਿਵੇਂ ਦਬਾਅ ਬਣਾਉਣਾ ਹੈ, ਕਿਵੇਂ ਇਨਸਾਫ ਜਿਹੜਾ ਉਹ ਜਲਦ ਤੋਂ ਜਲਦ ਹੋਣਾ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਉਸਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ। ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕਿਸ ਤਰੀਕੇ ਨਾਲ ਇੱਕ ਨਵੀਂ ਸਿੱਟ ਬਣਾਉਣ ਦੇ ਹੁਕਮ ਦਿੱਤੇ ਗਏ, ਉਸ ਦੇ ਵਿੱਚ ਕੁੰਵਰ ਪ੍ਰਤਾਪ ਜਿਹੜੇ ਨੇ ਉਹਨਾਂ ਨੂੰ ਬਾਹਰ ਰੱਖਣ ਦੇ ਹੁਕਮ ਦੇ ਦਿੱਤੇ ਗਏ। ਤਾਂ ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਜਿਹੜੇ ਨੇ ਉਹ ਵੱਖ ਤੌਰ ਤੇ ਆਪਣਾ ਅਹੁਦਾ ਛੱਡ ਦਿੰਦੇ ਨੇ। ਉਸ ਤੋਂ ਬਾਅਦ ਵਕਾਲਤ ਕਰਨ ਦਾ ਫੈਸਲਾ ਕਰਦੇ ਨੇ। ਤਾਂ तमाम ਜਿਹੜਾ ਮਾਹੌਲ ਇਸ ਵੇਲੇ ਸਿਰਜਿਆ ਜਾ ਰਿਹਾ, ਕਿਤੇ ਨਾ ਕਿਤੇ ਜਦੋਂ ਅਸੀਂ ਪੰਜਾਬ ਦੀ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਫੇਰ ਬਦਲ ਹੋ ਰਹੇ ਨੇ ਕਿਉਂਕਿ 2022 ਦੀਆਂ ਚੋਣਾਂ ਸਿਰ ਤੇ ਨੇ। ਪਹਿਲਾਂ ਇਹ ਸੋਚਿਆ ਜਾ ਰਿਹਾ ਸੀ ਕਿ ਖੇਤੀ ਮਸਲੇ ਜਿਹੜੇ ਨੇ, ਖੇਤੀ ਕਾਨੂੰਨ ਜਿਹੜੇ ਨੇ ਉਹ ਆਧਾਰ ਹੋਣਗੇ, ਪਰ ਇੱਕ ਵਾਰ ਫਿਰ ਇਸ ਵਕਤ ਜੋ ਹਾਲਾਤ ਬਣਦੇ ਜਾ ਰਹੇ ਨੇ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਨਜ਼ਰ ਆ ਰਿਹਾ ਕਿ ਪੰਜਾਬ ਦੀ 2022 ਦੀ ਚੋਣ ਇੱਕ ਵਾਰ ਫਿਰ ਬੇਅਦਬੀ ਮਸਲੇ ਤੇ ਹੀ ਖੇਡੀ ਜਾਣੀ ਹੈ। ਜਾਣੀ ਕਿ 2017 ਦੇ ਵਿੱਚ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਨੂੰ ਇਸ ਚੋਣ ਦੇ ਨਤੀਜਿਆਂ ਦੇ ਵਿੱਚ ਉਸ ਸਮੇਂ ਨੁਕਸਾਨ ਝੱਲਣਾ ਪਿਆ ਸੀ, ਕਿਤੇ ਨਾ ਕਿਤੇ 2022 ਦੇ ਵਿੱਚ ਫਿਰ ਇੱਕ ਵਾਰ ਬੇਅਦਬੀ ਦੇ ਮਸਲੇ ਨੂੰ ਹੀ ਆਧਾਰ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਕਿਤੇ ਨਾ ਕਿਤੇ ਹੋ ਰਹੀ ਹੈ। ਪਰ ਸਾਫ਼ ਤੌਰ ਤੇ ਜਿੰਨੇ ਵੀ ਸਿਆਸਤਦਾਨ ਜਦੋਂ ਗੱਲ ਕਰਦੇ ਨੇ ਬੇਅਦਬੀ ਮਸਲੇ ਦੀ, ਸਿੱਧੇ ਤੌਰ ਤੇ ਕਹਿੰਦੇ ਨੇ ਕਿ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਰ ਦੂਜੇ ਪਾਸੇ ਜਦੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦੀ ਸਿਆਸਤ ਨੂੰ ਤਾਂ ਸਾਫ਼ ਤੌਰ ਤੇ ਇਹੀ ਨਜ਼ਰ ਆ ਰਿਹਾ ਕਿ ਹਰੇਕ ਵਿਅਕਤੀ ਇਸ ਮਸਲੇ ਦੇ ਵਿੱਚੋਂ ਸਿਆਸੀ ਰੋਟੀਆਂ ਸੇਕਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ। ਚਾਹੇ ਅਸੀਂ ਵਿਰੋਧੀ ਧਿਰਾਂ ਦੀ ਗੱਲ ਕਰੀਏ, ਚਾਹੇ ਸੂਬਾ ਸਰਕਾਰ ਦੀ ਗੱਲ ਕਰੀਏ, ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਹਾਈ ਕੋਰਟ ਦਾ ਫੈਸਲਾ ਆਉਂਦਾ ਤੇ ਅਕਾਲੀ ਦਲ ਖੁਸ਼ੀ ਮਨਾਉਂਦਾ, ਕਾਂਗਰਸ ਆਪਣੇ ਵੱਲੋਂ ਕਹਿ ਦਿੰਦੀ ਹੈ ਕਿ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰਾਂਗੇ। ਆਮ ਆਦਮੀ ਪਾਰਟੀ ਦੀ ਗੱਲ ਕਰੀ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਪਹੁੰਚ ਜਾਂਦੀ ਹੈ। ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਇਸ ਵਕਤ ਬੇਅਦਬੀ ਮਸਲੇ ਨੂੰ ਲੈ ਕੇ ਬਣੇ ਹੋਏ ਨੇ। ਫਿਲਹਾਲ ਦੇਖਣਾ ਹੋਵੇਗਾ ਕਿ ਕੀ ਇਨਸਾਫ ਮਿਲਦਾ ਹੈ ਜਾਂ ਲਗਾਤਾਰ ਇਨਸਾਫ ਦੇ ਵਿੱਚ ਡਿਲੇ ਜਿਹੜੀ ਹੋ ਰਹੀ ਹੈ ਉਸ ਨੂੰ ਲੈ ਕੇ ਸਾਫ਼ ਤੌਰ ਤੇ ਲੋਕ ਕਹਿ ਰਹੇ ਨੇ ਕਿ ਡਿਲੇ ਮੀਨਸ ਡਿਨਾਈ ਹੋ ਰਿਹਾ, ਇਨਸਾਫ ਨਹੀਂ ਮਿਲ ਰਿਹਾ। ਲੋਕਾਂ ਨੂੰ ਇਨਸਾਫ ਚਾਹੀਦਾ ਨਾ ਕਿ ਭਰੋਸਾ ਚਾਹੀਦਾ ਜੋ ਸੂਬਾ ਸਰਕਾਰ ਜਿਹੜੀ ਇਸ ਵੇਲੇ ਸੂਬੇ ਦੇ ਵਿੱਚ ਕਾਬਜ਼ ਹੈਗੀ, ਜਿਹੜੀ 2017 ਦੇ ਵਿੱਚ ਲੋਕਾਂ ਨੂੰ ਇਹ ਭਰੋਸਾ ਦੇ ਕੇ ਸੱਤਾ ਦੇ ਵਿੱਚ ਆਈ ਸੀ ਕਿ ਹਾਂ ਅਸੀਂ ਦੋਸ਼ੀਆਂ ਨੂੰ ਆਉਂਦੇ ਸਾਰ ਹੀ ਜੇਲ੍ਹਾਂ ਦੇ ਵਿੱਚ ਡੱਕਾਂਗੇ। ਫਿਲਹਾਲ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਕਾਫੀ ਚਿੰਤਾਜਨਕ ਨੇ। ਇੱਕ ਵਾਰ ਫਿਰ ਤੁਹਾਨੂੰ ਸੁਣਾਉਂਦੇ ਹਾਂ ਪ੍ਰਤਾਪ ਸਿੰਘ ਬਾਜਵਾ ਕੀ ਕਹਿ ਰਹੇ ਨੇ। ਸਾਫ਼ ਤੌਰ ਤੇ ਕਹਿ ਰਹੇ ਨੇ ਕਿ 1 ਮਹੀਨੇ ਦਾ ਸਮਾਂ ਅਸੀਂ ਆਪਣੀ ਸਰਕਾਰ ਨੂੰ ਦੇ ਦਿੱਤਾ, ਜੇ ਇਸ 1 ਮਹੀਨੇ ਦੇ ਅੰਦਰ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਦੁਬਾਰਾ ਬੈਠਕ ਹੋਵੇਗੀ ਤੇ ਉਸ ਬੈਠਕ ਦੇ ਵਿੱਚ ਸਖਤ ਫੈਸਲਾ ਲਿਆ ਜਾਵੇਗਾ। ਕੀ ਕਹਿ ਰਹੇ ਨੇ ਪ੍ਰਤਾਪ ਸਿੰਘ ਬਾਜਵਾ, ਇੱਕ ਵਾਰ ਫਿਰ ਸੁਣੋ। ਕੁਝ ਸਾਥੀ ਤੇ ਹੁਣ ਬੋਲਣੇ ਸ਼ੁਰੂ ਹੋਏ ਨੇ। ਮੈਂ ਤੇ 1.5 ਸਾਲ ਪਹਿਲੇ ਤੋਂ ਹੀ ਇਹ ਗੱਲ ਕਹਿ ਰਿਹਾ ਸੀ ਕਿ ਇਹ ਸਾਡੀ ਆਸਥਾ ਦਾ, ਇਹ ਸਾਡੀ ਆਈਡੈਂਟੀਟੀ ਦੀ ਲੜਾਈ। ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਇੱਕ ਤੇ ਹੈ ਜਿਨ੍ਹਾਂ ਨੇ ਸਾਨੂੰ ਇਸ ਜੀਵਨ 'ਚ ਲਿਆਂਦਾ, ਇੱਕ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਸਾਰਾ ਕੁਝ ਮੰਨਦੇ ਹਾਂ, ਸਾਡੇ ਗੁਰੂ ਨੇ, ਸਾਡੀ ਸਪਿਰਿਚੁਅਲਿਟੀ ਸਮਝੋ ਸਾਡੀ ਜਿਹੜੀ ਪਹਿਚਾਣ ਦੇਣ ਵਾਲੇ ਨੇ। ਜੇ ਅਸੀਂ ਉੱਥੇ ਇਸ ਸੂਬੇ ਦੇ ਵਿੱਚ ਇੱਕ ਸਿੱਖ ਮੈਜੋਰਿਟੀ ਸੂਬੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਮਝੋ ਸੇਫ ਨਹੀਂ ਕਰ ਸਕਦੇ, ਅਸੀਂ ਉਹਦਾ ਧਿਆਨ ਨਹੀਂ ਕਰ ਸਕਦੇ। ਜੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇੰਨਾ ਵੱਡਾ ਜ਼ੁਲਮ ਕੀਤਾ ਹੈ ਪੰਜਾਬ ਦੇ ਵਿੱਚ, ਜੇ ਉਹਨਾਂ ਪੈਨੀਟ੍ਰੇਟਰਸ ਨੂੰ ਅਸੀਂ ਕਚਹਿਰੇ ਤੱਕ ਨਹੀਂ ਪਹੁੰਚਾ ਸਕਦੇ, ਉਹਨਾਂ ਨੂੰ ਸਜ਼ਾਵਾਂ ਨਹੀਂ ਦਿਵਾ ਸਕਦੇ, ਫਿਰ ਅਸੀਂ ਰਾਜ ਕਰਨ ਦੇ ਕਾਬਲ ਹੈ। ਇਹ ਸਾਰੇ ਸਾਥੀਆਂ ਨੇ, ਸਮੁੱਚੇ ਪੰਜਾਬ ਨੇ ਫੈਸਲਾ ਕੀਤਾ ਹੈ 1 ਮਹੀਨੇ ਦਾ ਟਾਈਮ ਦੇਵਾਂਗੇ ਸਿੱਟ ਨੂੰ, 15 ਦਿਨ ਹੋਰ ਦੇਵਾਂਗੇ ਚਲਾਨ ਪੁੱਟ ਅਪ ਕਰਨ ਨੂੰ। ਫਿਰ ਗਵਰਨਮੈਂਟ ਡੇ ਟੂ ਡੇ ਹੀਅਰਿੰਗ ਵਾਸਤੇ ਪਾਏ ਤੇ ਅਸੀਂ ਚਾਹੁੰਦੇ ਹਾਂ ਕਿ ਐਤਕੀ ਹੀ ਐਸੇ ਸਾਲ ਦੇ ਵਿੱਚ ਹੀ ਉਹ ਲੋਕ ਜਿਨ੍ਹਾਂ ਨੇ ਫਾਇਰਿੰਗ ਕਰਵਾਈ ਹੈ,
ਮੈਡਮ ਮੈਂ ਕੈਮਰੇ ਤੇ ਕਹਿ ਰਿਹਾ, ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹ ਨਹੀਂ, ਕੋਈ ਹਵਲਦਾਰ ਕੋਈ ਸੂਬੇਦਾਰ ਨਹੀਂ। ਜਿਨ੍ਹਾਂ ਬੰਦਿਆਂ ਦੇ ਹੁਕਮ ਜਾਰੀ ਕੀਤੇ ਗਏ, ਚੀਫ ਮਿਨਿਸਟਰ ਉਦੋਂ ਦੇ ਸਾ ਪ੍ਰਕਾਸ਼ ਸਿੰਘ ਬਾਦਲ, ਹੋਮ ਮਿਨਿਸਟਰ ਉਦੋਂ ਦਾ ਸਾ ਸੁਖਬੀਰ ਸਿੰਘ ਬਾਦਲ, ਡੀਜੀਪੀ ਉਦੋਂ ਦਾ ਸੁਮੇਧ ਸਿੰਘ ਸੈਣੀ, ਇਹਨਾਂ ਦੀ ਰਿਸਪੌਂਸਿਬਿਲਿਟੀ ਹੈ। ਅਸੀਂ ਇਹ ਪੰਜਾਬ ਦੇ ਲੋਕ ਵੀ ਇਹਨਾਂ ਨੂੰ ਗੁਨੇਗਾਰ ਮੰਨਦੇ ਨੇ, ਅਸੀਂ ਵੀ ਮੰਨਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਕਟਹਿਰਿਆਂ ਤੱਕ ਉੱਥੇ ਲੈ ਕੇ ਚਲਾਨ ਪੁੱਟ-ਅਪ ਕੀਤੇ ਜਾਣ, ਇਹਨਾਂ ਨੂੰ ਬਕਾਇਦਾ ਤੌਰ ਡੇ ਟੂ ਡੇ ਹੀਅਰਿੰਗ ਕੀਤੀ ਤੇ ਅੱਗੇ ਫਿਰ ਕਚਹਿਰੀਆਂ ਦੇ ਹੱਥ 'ਚ ਕੀ ਉਹ ਫੈਸਲਾ ਸੁਣਾਉਂਦੇ ਨੇ। ਬਟ ਇਹਨਾਂ ਲੋਕਾਂ ਨੂੰ ਕਟਹਿਰੇ ਤੱਕ ਪਹੁੰਚਾਉਣਾ ਇਹ ਸਾਡੀ ਇੱਕ ਬੁਨਿਆਦੀ ਜਿਹੜੀ ਹੈ, ਬਿਕੋਜ਼ ਅਸੀਂ ਇਹ ਸੋਲਮ ਪ੍ਰੋਮਿਸ ਲੋਕਾਂ ਦੇ ਸਾਹਮਣੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਲਿਆ, ਇਹ ਸਾਨੂੰ ਪੁਗਾਉਣਾ ਹੀ ਪੈਣਾ। ਸਰ ਇੱਥੇ ਮੈਂ ਇੱਕ ਗੱਲ 1.5 ਮਹੀਨੇ ਤੋਂ ਬਾਅਦ ਜੇ ਨਾ ਇਹ ਕੰਮ ਹੋਏਗਾ, ਉਸ ਤੋਂ ਬਾਅਦ ਤੁਹਾਨੂੰ ਅਗਲਾ ਕੰਮ ਦੱਸਾਂਗੇ ਕੀ ਕਰਨਾ ਜੀ। ਸੋ ਅਜੇ 15 ਦਿਨ ਤੁਸੀਂ ਹੋਰ ਨਹੀਂ, 1.5 ਮਹੀਨੇ ਦਾ ਮੈਂ ਗੱਲ ਕਰ ਰਿਹਾ ਕਿ ਅਜੇ ਤੇ ਸੈੱਟ ਹੀ ਨਹੀਂ ਬਣੀ। ਅਜੇ ਤੇ ਅਸੀਂ ਮੀਟਿੰਗ ਅੱਜ ਮੈਂ ਮੰਗ ਰਿਹਾ ਕਿ ਪਿਛਲੇ ਅਗਲੇ 5-4 ਦਿਨਾਂ ਵਿੱਚ ਸੋ ਇਮੀਡੀਏਟਲੀ 1.5 ਮਹੀਨਾ ਹੋਰ ਤੁਸੀਂ ਦੇ ਰਹੇ ਹੋ ਸਰਕਾਰ ਤੇ ਦਵਾਂਗੇ ਜੀ। 1 ਮਹੀਨਾ ਸੈੱਟ ਨੂੰ ਦਵਾਂਗੇ ਜੀ, 15 ਦਿਨ ਇਹਨਾਂ ਨੂੰ ਹੋਰ ਦਵਾਂਗੇ। ਸਿਟ ਬਣੇਗੀ ਜੇ ਸਿਟ ਬਣਨੀ ਨਹੀਂ। ਨਹੀਂ, ਸੈੱਟ ਬਣ ਚ 1 ਮਹੀਨਾ ਸੈੱਟ ਨੂੰ ਦੇ ਰਿਹਾ। ਸੈੱਟ ਕੋਲ ਤੇ ਆਲਰੇਡੀ ਪੁਰਾਣੀ ਸੈੱਟ ਦੇ ਤੁਸੀਂ ਕਿੰਨੀ ਦੇਰ ਇੰਤਜ਼ਾਰ ਕਰੋਗੇ ਕਿ ਉਹ ਸਿਟ ਬਣਾਈ ਜਾਵੇ? ਵੱਧ ਤੋਂ ਵੱਧ 5-7 ਦਿਨ, 5-7 ਦਿਨ ਤੋਂ ਵੱਧ ਨਹੀਂ। ਪਹਿਲੇ ਸੈੱਟ ਬਣੇ ਤੇ 1 ਮਹੀਨਾ ਸੈੱਟ ਨੂੰ ਟਾਈਮ, ਕੁਛ 6 ਮਹੀਨੇ ਸੈੱਟ ਨੂੰ ਟਾਈਮ।